ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਇੱਕ ਪਿੰਡ ਵਿੱਚ ਇੱਕ ਬਜ਼ੁਰਗ ਮਾਤਾ ਪਿਤਾ ਤੇ ਉਹਨਾਂ ਦੇ 4 ਪੁੱਤਰ ਰਹਿੰਦੇ ਸਨ। ਚਾਰੇ ਪੁੱਤਰ ਬੜੇ ਹੀ ਸਮਝਦਾਰ ਅਤੇ ਸੁਲਝੇ ਹੋਏ ਸਨ। ਉਹ ਚਾਰੇ ਪੁੱਤਰ ਆਪਣੇ ਮਾਤਾ ਪਿਤਾ ਦੀ ਬੜੀ ਸੇਵਾ ਕਰਦੇ ਸਨ ਅਤੇ ਬੜੀ ਚੰਗੀ ਤਰ੍ਹਾਂ ਉਹਨਾਂ ਦੀ ਦੇਖਭਾਲ ਕਰਦੇ ਸਨ। ਮਾਂ ਪਿਓ ਵੀ ਚਾਰਾਂ ਪੁੱਤਰਾਂ ਤੇ ਜਾਨ ਵਾਰਦੇ ਸਨ। ਵੈਸੇ ਤਾਂ ਮਾਂ ਪਿਓ ਨੂੰ ਸਾਰੇ ਹੀ ਬੱਚੇ ਬੜੇ ਪਿਆਰੇ ਲੱਗਦੇ ਹਨ, ਪਰ ਕੁਝ ਬੱਚੇ ਇੱਦਾਂ ਦੇ ਹੁੰਦੇ ਹਨ ਜੋ ਕਿ ਆਪਣੇ ਗੁਣਾਂ ਨਾਲ ਕੁਝ ਜ਼ਿਆਦਾ ਹੀ ਪਿਆਰ ਇਕੱਠਾ ਕਰ ਲੈਂਦੇ ਹਨ ਅਤੇ ਉਹਨਾਂ ਨੂੰ ਮਾਂ ਪਿਓ ਦਾ ਪਿਆਰ ਵੀ ਦੂਜਿਆਂ ਬੱਚਿਆਂ ਤੋਂ ਵੱਧ ਮਿਲਦਾ ਹੈ। ਕੁਝ ਇਸੇ ਤਰ੍ਹਾਂ ਦੀ ਕਹਾਣੀ ਹੈ ਇਸ ਪਰਿਵਾਰ ਦੀ। ਤਿੰਨੇ ਵੱਡੇ ਭਰਾਵਾਂ ਦਾ ਵਿਆਹ ਹੋ ਚੁੱਕਿਆ ਸੀ। ਤਿੰਨਾਂ ਦੇ ਅੱਗੇ ਬੱਚੇ ਵੀ ਸਨ। ਤਿੰਨੇ ਆਪਣੇ ਪਰਿਵਾਰ ਵਿੱਚ ਖੁਸ਼ ਸੀ। ਉਹਨਾਂ ਤਿੰਨਾਂ ਤੋਂ ਸਭ ਤੋਂ ਛੋਟਾ ਭਰਾ ਹਜੇ ਕੁਆਰਾ ਸੀ। ਉਸ ਨੂੰ ਮਾਂ-ਬਾਪ ਤੇ ਪਿਆਰ ਕਰਦਾ ਹੀ ਸੀ ਤੇ ਉਹ ਆਪਣੀਆਂ ਕੁਝ ਚੰਗੀਆਂ ਆਦਤਾਂ ਨਾਲ ਮਾਂ-ਪਿਓ ਦੇ ਨਾਲ-ਨਾਲ ਦੂਜਿਆਂ ਤੋਂ ਵੀ ਬਹੁਤ ਪਿਆਰ ਲੈਂਦਾ ਸੀ। ਉਹ ਇੱਕ ਬੜਾ ਹੀ ਖੁਸ਼ਦਿਲ ਇਨਸਾਨ ਸੀ। ਵੱਡੇ ਭਰਾਵਾਂ ਦੇ ਬੱਚੇ ਵੀ ਉਸ ਨਾਲ ਬਹੁਤ ਖੁਸ਼ ਰਹਿੰਦੇ ਸਨ। ਉਹਨਾਂ ਦੀ ਮਾਂ ਦਿਲ ਦੀ ਵੱਡੀ ਬਿਮਾਰੀ ਦੀ ਮਰੀਜ਼ ਸੀ। ਇਸ ਕਰਕੇ ਉਹ ਜ਼ਿਆਦਾਤਰ ਬਿਮਾਰ ਹੀ ਰਹਿੰਦੀ ਸੀ। ਮਾਂ ਦੀ ਇਸ ਬਿਮਾਰੀ ਕਰਕੇ ਉਹ ਚਾਹੁੰਦੀ ਸੀ ਕਿ ਉਸ ਦਾ ਇਹ ਪੁੱਤਰ ਵੀ ਦੂਜਿਆਂ ਵਾਂਗ ਆਪਣੇ ਪਰਿਵਾਰ ਵਿੱਚ ਖੁਸ਼ ਹੋ ਜਾਵੇ ਤਾਂ ਕਿ ਉਸ ਦੀ ਚਿੰਤਾ ਮੁੱਕ ਜਾਵੇ। ਉਹ ਚਾਹੁੰਦੀ ਸੀ ਕਿ ਉਹ ਜਲਦੀ ਹੀ ਵਿਆਹ ਕਰਾ ਲਵੇ। ਮਾਂ ਦੀ ਇਸ ਇੱਛਾ ਨੂੰ ਪੁੱਤਰ ਨੇ ਵੀ ਸਿਰ ਮੱਥੇ ਲਾਇਆ ਤੇ ਵਿਆਹ ਲਈ ਹਾਂ ਕਰ ਦਿੱਤੀ। ਵਿਆਹ ਦੇ ਦਿਨ ਨੇੜੇ ਆ ਰਹੇ ਸਨ ਤੇ ਉਧਰੋਂ ਮਾਂ ਦੀ ਹਾਲਤ ਵਿਗੜ ਰਹੀ ਸੀ। ਆਖਿਰ ਵਿਆਹ ਵਾਲਾ ਦਿਨ ਵੀ ਆ ਗਿਆ। ਉਧਰੋਂ ਬਰਾਤ ਜਾਣ ਵਾਲੀ ਸੀ ਤੇ ਇਧਰੋਂ ਉਸ ਦੀ ਮਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਉਹਨੂੰ ਹਸਪਤਾਲ ਲੈ ਗਏ। ਉਹ ਵੀ ਬਰਾਤ ਛੱਡ ਕੇ ਮਾਂ ਦੇ ਨਾਲ ਹਸਪਤਾਲ ਪਹੁੰਚ ਗਿਆ। ਜਦੋਂ ਮਾਂ ਨੂੰ ਹੋਸ਼ ਆਈ ਤਾਂ ਮਾਂ ਨੇ ਕਿਹਾ, ਪੁੱਤਰਾ ਤੂੰ ਜਾ, ਬਰਾਤ ਪਹਿਲਾਂ ਹੀ ਬਹੁਤ ਲੇਟ ਹੋ ਚੁੱਕੀ ਹੈ। ਪਰ ਉਹ ਨਹੀਂ ਮੰਨਿਆ ਤੇ ਕਹਿੰਦਾ, ਮਾਂ ਜੇ ਤੂੰ ਵਿਆਹ ਵਿੱਚ ਸ਼ਾਮਿਲ ਨਹੀਂ ਹੋਵੇਂਗੀ ਤਾਂ ਮੈਂ ਵੀ ਵਿਆਹ ਨਹੀਂ ਕਰਾਵਾਂਗਾ। ਇਹ ਸੁਣ ਕੇ ਮਾਂ ਨੇ ਉੱਪਰ ਨੂੰ ਮੂੰਹ ਕੀਤਾ ਤੇ ਹੱਥ ਜੋੜ ਕੇ ਆਖਣ ਲੱਗੀ, ਹੇ ਵਾਹਿਗੁਰੂ, ਮੇਰੇ ਪੁੱਤਰ ਨੂੰ ਕਿਸੇ ਦਾ ਮੁਹਤਾਜ ਨਾ ਬਣਾਈ। ਮੇਰੇ ਪੁੱਤਰ ਨੂੰ ਇੰਨੀ ਇੱਜ਼ਤ ਦੇਵੀਂ ਕਿ ਸਮੇਂ ਦਾ ਰਾਜਾ ਵੀ ਮੇਰੇ ਪੁੱਤਰ ਨੂੰ ਆ ਕੇ ਫਤਿਹ ਬੁਲਾਵੇ। ਨਾਲ ਹੀ ਪੁੱਤਰ ਬੋਲਿਆ ਤੇ ਕਹਿਣ ਲੱਗਾ, ਮਾਂ ਮੈਨੂੰ ਕੁਝ ਨਹੀਂ ਚਾਹੀਦਾ। ਤੁਸੀਂ ਬਸ ਇਹੀ ਅਰਦਾਸ ਕਰੋ ਕਿ ਰੱਬ ਤੁਹਾਡਾ ਪਰਛਾਵਾਂ ਇੱਦਾਂ ਹੀ ਮੇਰੇ ਸਿਰ ਤੇ ਬਣਾਈ ਰੱਖੇ। ਮਾਂ ਨੇ ਜਵਾਬ ਦਿੱਤਾ, ਪੁੱਤਰ ਰੱਬ ਨੇ ਜਿੰਨੇ ਸਵਾਸ ਲਿਖੇ ਨੇ ਓਨੇ ਹੀ ਤਾਂ ਭੋਗਣੇ ਨੇ। ਰੱਬ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੁੰਦਾ। ਪੁੱਤਰ ਬੋਲਿਆ, ਨਹੀਂ ਮਾਂ, ਰੱਬ ਮੇਰੀ ਉਮਰ ਵੀ ਤੁਹਾਨੂੰ ਲਾ ਦੇਵੇ। ਇੰਨਾ ਕਹਿ ਕੇ ਪੁੱਤਰ ਅੱਖਾਂ ਭਰ ਕੇ ਕਮਰੇ ਵਿੱਚੋਂ ਬਾਹਰ ਨੂੰ ਹੋ ਪਿਆ। ਡਾਕਟਰ ਨੇ ਕਿਹਾ, ਇਹਨਾਂ ਦੀ ਹਾਲਤ ਕੁਝ ਠੀਕ ਹੈ। ਜਿੱਥੇ ਬਰਾਤ ਸਵੇਰ ਨੂੰ ਜਾਣੀ ਸੀ ਉਹ ਸ਼ਾਮ ਦੇ ਵਕਤ ਗਈ। ਹੁਣ ਸਭ ਲੋਕ ਬੜੇ ਖੁਸ਼ ਸੀ। ਵਿਆਹ ਬੜੇ ਸੋਹਣੇ ਢੰਗ ਨਾਲ ਹੋ ਗਿਆ। ਵਿਆਹ ਨੂੰ ਹਜੇ ਕੁਝ ਦਿਨ ਹੀ ਹੋਏ ਸਨ ਕਿ ਉਸ ਦੀ ਮਾਂ ਦੀ ਤਬੀਅਤ ਫਿਰ ਵਿਗੜ ਗਈ ਤੇ ਹਸਪਤਾਲ ਜਾਣ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਈ। 4 ਪੁੱਤਰ ਬੜੇ ਹੀ ਦੁਖੀ ਹੋਏ, ਪਰ ਸਭ ਤੋਂ ਛੋਟੇ ਪੁੱਤਰ ਨੂੰ ਕੁਝ ਜ਼ਿਆਦਾ ਹੀ ਦੁੱਖ ਲੱਗਾ। ਮਾਂ ਦੇ ਜਾਣ ਤੋਂ ਬਾਅਦ ਉਹ ਉਦਾਸ ਜਿਹਾ ਰਹਿਣ ਲੱਗ ਪਿਆ, ਪਰ ਉਸਨੇ ਆਪਣੇ ਪਿਓ ਨੂੰ ਕਦੇ ਵੀ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਉਸਨੇ ਆਪਣੀ ਪਤਨੀ ਨੂੰ ਵੀ ਕਿਹਾ ਕਿ ਮੈਨੂੰ ਪੁੱਛੀ ਜਾਂ ਨਾ ਪੁੱਛੀ, ਮੈਨੂੰ ਖਾਣ ਨੂੰ ਦੇਵੀਂ ਜਾਂ ਨਾ ਦੇਵੀਂ, ਪਰ ਮੇਰੇ ਪਿਤਾ ਦੀ ਹਰ ਜ਼ਰੂਰਤ ਨੂੰ ਪੂਰੀ ਕਰੀ। ਉਸ ਨੂੰ ਕੋਈ ਕਮੀ ਨਹੀਂ ਹੋਣੀ ਚਾਹੀਦੀ। ਹਰ ਚੀਜ਼ ਉਹਨਾਂ ਨੂੰ ਸਮੇਂ 'ਤੇ ਦੇਣੀ ਹੈ। ਉਸ ਦੀ ਪਤਨੀ ਵੀ ਬਹੁਤ ਚੰਗੇ ਸੁਭਾਅ ਦੀ ਸੀ। ਉਹ ਵੀ ਛੇਤੀ ਹੀ ਪਰਿਵਾਰ ਨਾਲ ਘੁਲ ਮਿਲ ਗਈ ਸੀ ਅਤੇ ਸਭ ਦਾ ਬੜਾ ਖਿਆਲ ਰੱਖਦੀ ਸੀ। ਉਸ ਦੇ ਵੱਡੇ ਭਰਾ ਵੀ ਪਿਤਾ ਕੋਲ ਬੈਠਦੇ ਗੱਲਾਂ ਬਾਤਾਂ ਕਰਦੇ ਰਹਿੰਦੇ ਸਨ ਅਤੇ ਹਰ ਸਮੇਂ ਹਰ ਜ਼ਰੂਰਤ ਨੂੰ ਪੂਰਾ ਕਰਦੇ ਸਨ।
ਸਮਾਂ ਬੀਤਦਾ ਗਿਆ। ਵੱਡੇ ਭਰਾਵਾਂ ਦਾ ਪਰਿਵਾਰਕ ਜ਼ਿੰਮੇਵਾਰੀਆਂ ਵੱਧਦੀਆਂ ਗਈਆਂ। ਉਹ ਆਪਣੇ ਪਿਤਾ ਨੂੰ ਜ਼ਿਆਦਾ ਸਮਾਂ ਨਹੀਂ ਸੀ ਦੇ ਸਕਦੇ। ਆਪਣੀਆਂ ਪਤਨੀਆਂ ਅਤੇ ਬੱਚਿਆਂ ਵਿੱਚ ਹੀ ਵਿਅਸਤ ਰਹਿਣ ਲੱਗ ਪਏ। ਉਹਨਾਂ ਦੀਆਂ ਜ਼ਰੂਰਤਾਂ ਹੀ ਮਸਾਂ ਪੂਰੀਆਂ ਕਰਦੇ। ਉਹਨਾਂ ਨੂੰ ਹੁਣ ਇਹ ਘਰ ਵੀ ਛੋਟਾ ਲੱਗਣ ਲੱਗ ਪਿਆ। ਉਹ ਹੁਣ ਇੱਥੇ ਰਹਿ ਕੇ ਖੁਸ਼ ਨਹੀਂ ਸਨ। ਤਨਖਾਹਾਂ ਵੀ ਘੱਟ ਹੋਣ ਕਰਕੇ ਬਾਹਰ ਵੀ ਮਕਾਨ ਨਹੀਂ ਸੀ ਲੈ ਸਕਦੇ। ਵੱਡੇ ਭਰਾਵਾਂ ਨੇ ਆਪਣਾ ਆਪਣਾ ਹਿੱਸਾ ਮੰਗਣਾ ਸ਼ੁਰੂ ਕਰ ਦਿੱਤਾ। ਛੋਟੇ ਭਰਾ ਨੇ ਸੋਚਿਆ ਕਿ ਜੇ ਘਰ ਦੇ ਹਿੱਸੇ ਹੋ ਗਏ ਤਾਂ ਪਿਤਾ ਜੀ ਦਾ ਕੀ ਹੋਵੇਗਾ। ਉਸਨੇ ਇੱਕ ਫੈਸਲਾ ਲਿਆ ਕਿ ਜਿਹੜਾ ਪਿਤਾ ਜੀ ਨੂੰ ਨਾਲ ਰੱਖੇਗਾ ਉਸ ਨੂੰ ਘਰ ਵਿੱਚੋਂ ਕੋਈ ਹਿੱਸਾ ਨਹੀਂ ਮਿਲੇਗਾ, ਕਿਉਂਕਿ ਉਹ ਚਾਹੁੰਦਾ ਸੀ ਕਿ ਪਿਤਾ ਜੀ ਉਸ ਦੇ ਨਾਲ ਰਹਿਣ। ਘਰ ਦੇ 3 ਹਿੱਸੇ ਹੋ ਗਏ। ਛੋਟਾ ਭਰਾ ਪਿਤਾ ਜੀ ਨੂੰ ਲੈ ਕੇ ਬਾਹਰ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਿਆ। ਪਿਤਾ ਨੇ ਇੱਕ ਦਿਨ ਉਸ ਕੋਲੋਂ ਪੁੱਛਿਆ, ਪੁੱਤਰ ਤੂੰ ਘਰ ਦਾ ਹਿੱਸਾ ਕਿਉਂ ਨਹੀਂ ਲਿਆ? ਉਹ ਕਹਿਣ ਲੱਗਾ, ਪਿਤਾ ਜੀ ਮੇਰੀ ਧਨ ਦੌਲਤ ਤੁਸੀਂ ਹੋ। ਜੇ ਤੁਸੀਂ ਮੇਰੇ ਨਾਲ ਹੋ ਤਾਂ ਘਰ ਅਤੇ ਪੈਸਾ ਵੀ ਆਪਣੇ ਆਪ ਮਿਲ ਜਾਏਗਾ। ਜੇ ਤੁਸੀਂ ਹੀ ਮੇਰੇ ਨਾਲ ਨਹੀਂ ਤਾਂ ਮੈਂ ਧਨ ਦੌਲਤ ਦਾ ਕਰਾਂਗਾ ਵੀ ਕੀ? ਕੁਝ ਸਮਾਂ ਹੀ ਬੀਤਦਾ ਹੈ ਕਿ ਉਸਦੇ ਪਿਤਾ ਜੀ ਵੀ ਰੱਬ ਨੂੰ ਪਿਆਰੇ ਹੋ ਜਾਂਦੇ ਹਨ। ਪਿਤਾ ਦੇ ਗੁਜ਼ਰ ਜਾਣ ਤੋਂ ਬਾਅਦ ਵੱਡੇ ਭਰਾ ਉਸ ਨੂੰ ਮਿਲਣਾ ਵੀ ਛੱਡ ਦਿੰਦੇ ਹਨ ਕਿ ਕਿਤੇ ਉਹ ਸਾਡੇ ਕੋਲੋਂ ਹਿੱਸਾ ਨਾ ਮੰਗ ਲਵੇ ਜਾਂ ਕੋਈ ਮਦਦ ਨਾ ਮੰਗਣ ਲੱਗ ਜਾਵੇ। ਪਿਤਾ ਨੂੰ ਗੁਜ਼ਰੇ ਹਜੇ ਕੁਝ ਹੀ ਦਿਨ ਹੋਏ ਸਨ ਕਿ ਇੱਕ ਦਿਨ ਉਸ ਦੇ ਸੁਪਨੇ ਵਿੱਚ ਇੱਕ ਬਜ਼ੁਰਗ ਆਦਮੀ ਆਉਂਦਾ ਹੈ ਤੇ ਕਹਿੰਦਾ ਹੈ ਕਿ ਪੁੱਤ ਤੇਰੇ ਘਰ ਦੇ ਪਿਛਲੇ ਪਾਸੇ ਇੱਕ ਪਿੱਪਲ ਦਾ ਰੁੱਖ ਹੈ। ਉਸ ਰੁੱਖ ਦੇ ਥੱਲੇ ਜ਼ਮੀਨ ਦੀ ਖੁਦਾਈ ਕਰੇਗਾ ਤਾਂ ਉਸ ਦੇ ਥੱਲੇ ਤੈਨੂੰ ਸੋਨਾ ਮਿਲੇਗਾ। ਉਹ ਤੂੰ ਕੱਢ ਲੈ, ਉਹ ਸਿਰਫ ਤੇਰੇ ਲਈ ਹੀ ਹੈ। ਉਹ ਸੁਪਨੇ ਵਿੱਚ ਹੀ ਪੁੱਛਦਾ ਹੈ, ਬਾਬਾ ਜੀ ਕਿ ਉਹ ਮੇਰੇ ਲਈ ਠੀਕ ਹੈ? ਬਾਬਾ ਜਵਾਬ ਦਿੰਦਾ ਹੈ, ਠੀਕ ਹੋਣਾ ਜਾਂ ਨਾ ਹੋਣਾ ਉਸ ਨਾਲ ਕੋਈ ਫਰਕ ਨਹੀਂ ਪੈਂਦਾ, ਤੂੰ ਬਸ ਕੱਢ ਲੈ ਤੇ ਐਸ਼ ਕਰ। ਉਹ ਕਹਿਣ ਲੱਗਾ, ਬਾਬਾ ਜੀ ਜੇ ਉਹ ਮੇਰੇ ਲਈ ਠੀਕ ਨਹੀਂ ਤਾਂ ਮੈਂ ਉਹ ਨਹੀਂ ਕੱਢਾਂਗਾ। ਇੰਨਾ ਕਹਿਣ ਤੋਂ ਬਾਅਦ ਉਸ ਦੀ ਅੱਖ ਖੁੱਲ੍ਹ ਗਈ। ਕੁਝ ਦਿਨਾਂ ਬਾਅਦ ਉਸ ਦੇ ਸੁਪਨੇ ਵਿੱਚ ਫਿਰ ਉਹੀ ਬਜ਼ੁਰਗ ਆਉਂਦਾ ਹੈ। ਪੁੱਤੋ ਸੋਨਾ ਕੱਢ ਲੈ। ਉਹ ਫਿਰ ਪੁੱਛਦਾ ਹੈ, ਉਹ ਸੋਨਾ ਮੇਰੇ ਲਈ ਠੀਕ ਹੈ? ਬਜ਼ੁਰਗ ਕਹਿੰਦਾ ਹੈ, ਤੂੰ ਅਜੀਬ ਬੰਦਾ ਹੈ। ਇੱਥੇ ਲੋਕ ਪੈਸੇ ਪਿੱਛੇ ਕੁਝ ਵੀ ਚੰਗਾ ਮਾੜਾ ਨਹੀਂ ਸੋਚਦੇ ਤੇ ਤੂੰ ਬਾਰ-ਬਾਰ ਇੱਕੋ ਹੀ ਸਵਾਲ ਪੁੱਛੀ ਜਾ ਰਿਹਾ ਹੈ ਕਿ ਉਹ ਸੋਨਾ ਮੇਰੇ ਲਈ ਠੀਕ ਰਹੇਗਾ? ਉਹ ਫਿਰ ਕਹਿੰਦਾ ਹੈ, ਬਾਬਾ ਜੀ ਉਹ ਸੋਨਾ ਮੇਰੇ ਲਈ ਠੀਕ ਹੈ ਤਾਂ ਮੈਂ ਜ਼ਰੂਰ ਲਵਾਂਗਾ ਤੇ ਜੇ ਉਹ ਠੀਕ ਨਹੀਂ ਤਾਂ ਮੈਂ ਕਦੇ ਵੀ ਨਹੀਂ ਲਵਾਂਗਾ। ਬਾਬਾ ਕਹਿੰਦਾ, ਜੇ ਤੈਨੂੰ ਸੋਨਾ ਨਹੀਂ ਚਾਹੀਦਾ ਤੂੰ ਇੱਦਾਂ ਕਰ, ਉੱਥੇ ਹੀ ਇੱਕ ਨਿੰਮ ਦਾ ਰੁੱਖ ਹੈ, ਉਸ ਦੇ ਥੱਲੇ ਤੈਨੂੰ ਇੱਕ ਗੁਥਲੀ ਮਿਲੇਗੀ ਤੇ ਤੂੰ ਉਹ ਕੱਢ ਲੈ। ਉਹ ਕਹਿਣ ਲੱਗਾ, ਬਾਬਾ ਜੀ ਕੀ ਉਹ ਗੁਥਲੀ ਮੇਰੇ ਲਈ ਠੀਕ ਹੈ? ਬਾਬਾ ਜੀ ਕਹਿਣ ਲੱਗੇ, ਹਾਂ ਉਹ ਗੁਥਲੀ ਤੇਰੇ ਲਈ ਠੀਕ ਹੈ। ਉਹ ਅਗਲੇ ਦਿਨ ਨਿੰਮ ਦੀ ਖੁਦਾਈ ਕਰਦਾ ਹੈ ਤੇ ਉਸ ਨੂੰ ਉਹ ਗੁਥਲੀ ਮਿਲ ਜਾਂਦੀ ਹੈ ਜਿਸ ਵਿੱਚ ਕੁਝ ਮੋਤੀ ਸੀ। ਉਹ ਉਹਨਾਂ ਵਿੱਚੋਂ ਇੱਕ ਮੋਤੀ ਲੈ ਕੇ ਸੁਨਾਰ ਕੋਲ ਜਾਂਦਾ ਹੈ। ਸੁਨਿਆਰਾ ਮੋਤੀ ਨੂੰ ਦੇਖ ਬਹੁਤ ਹੈਰਾਨ ਹੁੰਦਾ ਹੈ ਤੇ ਉਸ ਨੂੰ ਪੁੱਛਦਾ ਹੈ ਕਿ ਤੈਨੂੰ ਇਹ ਮੋਤੀ ਕਿੱਥੋਂ ਮਿਲਿਆ? ਉਹ ਵੀ ਸੁਨਿਆਰੇ ਦੀ ਗੱਲ ਸੁਣ ਕੇ ਹੈਰਾਨ ਹੋ ਜਾਂਦਾ ਹੈ ਤੇ ਪੁੱਛਦਾ ਹੈ ਕਿ ਐਸਾ ਕੀ ਖਾਸ ਹੈ ਇਸ ਮੋਤੀ ਦੇ ਵਿੱਚ? ਸੁਨਿਆਰਾ ਦੱਸਦਾ ਹੈ ਕਿ ਇਸ ਇੱਕ ਮੋਤੀ ਦੀ ਕੀਮਤ 1 ਕਰੋੜ ਰੁਪਏ ਹੈ। ਉਹ ਇਹ ਸੁਣ ਕੇ ਬਹੁਤ ਹੈਰਾਨ ਹੋ ਜਾਂਦਾ ਹੈ ਤੇ ਮੋਤੀ ਨੂੰ ਲੈ ਕੇ ਘਰ ਵਾਪਸ ਆ ਜਾਂਦਾ ਹੈ। ਉਸ ਨੇ ਉਸ ਵਿੱਚੋਂ ਕੁਝ ਮੋਤੀ ਵੇਚ ਕੇ ਇੱਕ ਵੱਡਾ ਆਲੀਸ਼ਾਨ ਘਰ ਬਣਵਾਇਆ ਤੇ ਇੱਕ ਗਰੀਬ ਬੱਚੇ ਅਤੇ ਬਜ਼ੁਰਗਾਂ ਲਈ ਆਸ਼ਰਮ ਬਣਵਾਇਆ। ਕਾਫੀ ਸਮਾਂ ਲੰਘ ਗਿਆ। ਇੱਕ ਵਾਰ ਫਿਰ ਉਹ ਬਜ਼ੁਰਗ ਉਸ ਦੇ ਸੁਪਨੇ ਵਿੱਚ ਆਇਆ ਤੇ ਕਹਿਣ ਲੱਗਾ, ਤੂੰ ਬਹੁਤ ਹੀ ਨੇਕ ਇਨਸਾਨ ਹੈ। ਇਹ ਜੋ ਸੁੱਖ ਸ਼ਾਂਤੀ ਐਸ਼ੋ ਆਰਾਮ ਤੂੰ ਭੋਗ ਰਿਹਾ ਹੈ
ਇਹ ਸਭ ਤੇਰੀ ਮਾਂ ਦੀ ਅਸੀਸ ਦੇ ਕਾਰਨ ਹੈ। ਤੇਰੀ ਮਾਂ ਪਿਓ ਦੀ ਸੇਵਾ ਦਾ ਫਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।